ਆਪ ਜੀ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। ਪੰਜਵੇਂ ਭਾਗ ਵਿੱਚ ਸੁਣੋ ਇਰਾਕ ਤੋਂ ਅਣਸੁਖਾਵੇਂ ਸੰਕੇਤ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਕਰਮ ਸਿੰਘ ਗਿੱਲ ਮਹਾਨ ਅਰਥ ਸ਼ਾਸਤਰੀ ਹੋਏ ਹਨ। ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ MA ਕਲਾਸਾਂ ਨੂੰ ਪੜ੍ਹਾਉਂਦੇ ਸਨ। ਮੈਨੂੰ ਬਚਪਨ ਤੋਂ ਹੀ ਉਹਨਾਂ ਦਾ ਸਾਥ, ਸਿੱਖਿਆ ਅਤੇ ਦੋਸਤੀ ਮਿਲੀ। ਸਾਡੇ ਗੁਆਂਢੀ ਜੋ ਸਨ। ਪਲੈਨਿੰਗ ਕਮਿਸ਼ਨ ਵਿੱਚ ਡਾਇਰੈਕਟਰ ਰਹਿ ਕੇ ਉਹਨਾਂ ਨੇ 60ਵਿਆਂ ਵਿੱਚ ਇੱਕ 5 ਸਾਲਾ ਯੋਜਨਾ ਦਾ ਮਸੌਦਾ ਤਿਆਰ ਕੀਤਾ। ਕਈ ਸਾਲ ਤੁਰਕੀ ਵਿੱਚ ਅਤੇ ਪਿੱਛੋਂ ਇਰਾਕ ਵਿੱਚ ਅਰਥ ਸਲਾਹਕਾਰ ਲੱਗੇ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਸਨ। 1954 ਵਿੱਚ ਉਹਨਾਂ ਦਾ ਕਹਿਣਾ ਸੀ ਕਿ ਭਾਰਤ ਦੀ ਵਿਕਾਸ ਦਰ 10% ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਲਗਾਤਾਰ ਇਸ ਦਰ ਤੋਂ ਹੇਠਾਂ ਨਹੀਂ ਜਾਣੀ ਚਾਹੀਦੀ। ਵੱਧਦੀ ਆਬਾਦੀ ਅਤੇ ਉੱਤਮ ਹੁੰਦੀ ਟੈਕਨੋਲੋਜੀ ਦੇ ਨਾਲ ਅਜਿਹਾ ਕਰਨਾ ਸੰਭਵ ਸੀ, ਪਰ ਹੋਇਆ ਨਹੀਂ। ਇਰਾਕ ਤੋਂ ਵਾਪਸ ਆਉਣ ਉੱਤੇ ਮੈਂ ਉੱਥੋਂ ਦੇ ਹਾਲਾਤ ਬਾਰੇ ਪੁੱਛਿਆ। ਕਹਿਣ ਲੱਗੇ ਕਿ ਉੱਥੇ ਜੋਕਾਂ ਸਮਾਨ ਸੋਸ਼ਲਿਜ਼ਮ ਹੈ। ਸਦਾਮ ਹੁਸੈਨ ਉਸ ਸਮੇਂ ਉੱਥੋਂ ਦਾ ਮੀਤ ਪ੍ਰਧਾਨ ਸੀ ਅਤੇ ਡਾਕਟਰ ਗਿੱਲ ਦਾ ਸੰਬੰਧ ਉਸ ਦੇ ਯੋਜਨਾ ਵਿਭਾਗ ਨਾਲ ਰਹਿੰਦਾ ਸੀ। ਉਹਨਾਂ ਦੇ ਮਹਿਕਮੇ ਅੰਦਰ ਬਥੇਰੀਆਂ ਪੜ੍ਹੀਆਂ ਲਿਖੀਆਂ ਔਰਤਾਂ ਸਨ ਜੋ ਕਦੇ ਟਾਈਮ ਸਿਰ ਕੰਮ ਤੇ ਨਹੀਂ ਸਨ ਆਉਂਦੀਆਂ। ਥੋੜਾ ਹੀ ਚਿਰ ਬੈਠਦੀਆਂ ਸਨ ਤੇ ਜਲਦੀ ਛੁੱਟੀ ਕਰ ਜਾਂਦੀਆਂ ਸਨ। ਡਾਕਟਰ ਗਿੱਲ ਨੇ ਸਦਾਮ ਹੁਸੈਨ ਨਾਲ ਇਸ ਬਾਰੇ ਗਿਲਾ ਕੀਤਾ ਤਾਂ ਸਦਾਮ ਨੇ ਜਵਾਬ ਇਹ ਦਿੱਤਾ ਕਿ ਮੈਂ ਇਹਨਾਂ ਔਰਤਾਂ ਮਾਵਾਂ ਨੂੰ ਆਜ਼ਾਦੀ ਮਾਣਨ ਲਈ ਰੱਖਿਆ ਹੈ। ਇਹਨਾਂ ਨੇ ਦੇਸ਼ ਦੀ ਸੰਤਾਨ ਪਾਲਣੀ ਹੈ। ਮੈਂ ਇਹਨਾਂ ਨੂੰ ਕੁਝ ਨਹੀਂ ਕਹਿਣਾ। ਮਿਸਟਰ ਗਿੱਲ, ਤੁਸੀਂ ਦੱਸੋ ਕਿ ਤੁਹਾਡੀ ਯੋਜਨਾ ਲਈ ਕਿੰਨੀ ਨਗਦੀ ਚਾਹੀਦੀ ਹੈ। ਅਸੀਂ ਹੋਰ ਤੇਲ ਵੇਚ ਕੇ ਉਹ ਨਗਦੀ ਪੈਦਾ ਕਰ ਲਵਾਂਗੇ। ਤੇਲ ਦੇ ਸਿਰ ਉੱਤੇ ਇਰਾਕ ਨੇ ਬੇਅੰਤ ਤਰੱਕੀ ਕੀਤੀ। ਔਰਤਾਂ ਨੂੰ ਬਰਾਬਰ ਦੇ ਹੱਕ ਮਿਲੇ। ਮੱਧ ਏਸ਼ੀਆ ਦੇ ਅੰਦਰ ਜਿਵੇਂ ਇੱਕ ਚਾਨਣ ਮੁਨਾਰਾ ਖੜਾ ਹੋ ਗਿਆ। ਪਰੰਤੂ ਸਦਾਮ ਹੁਸੈਨ ਅਮਰੀਕੀ ਸ਼ਹਿਕਾਰਨ ਪ੍ਰਧਾਨ ਨੂੰ ਪਾਸੇ ਕਰਕੇ ਆਪ ਪ੍ਰਧਾਨ ਬਣ ਗਿਆ। ਅਮਰੀਕਾ ਦਾ ਹੱਥ ਠੋਕਾ ਬਣ ਕੇ ਉਸਨੇ ਈਰਾਨ ਦੇ ਨਾਲ ਲੰਬੀ ਜੰਗ ਸ਼ੁਰੂ ਕਰ ਲਈ, ਜੋ 10 ਸਾਲਾਂ ਤੋਂ ਵੱਧ ਚੱਲਦੀ ਰਹੀ। ਅਮਰੀਕਾ ਤੋਂ ਮਿਲੀਆਂ ਜ਼ਹਿਰੀਲੀਆਂ ਗੈਸਾਂ ਅਤੇ ਹੋਰ ਬੇਅੰਤ ਲੋਕਾਈ ਮਾਰੂ ਹਥਿਆਰਾਂ ਦੀ ਵਰਤੋਂ ਕੀਤੀ। ਇਸ ਜੰਗ ਅੰਦਰ ਕਰੀਬ 10 ਲੱਖ ਈਰਾਨੀ ਫੌਜੀ ਅਤੇ ਸ਼ਹਿਰੀ ਮਾਰੇ ਗਏ। ਇੱਕ ਗੱਲ ਸਦਾ ਯਾਦ ਰਹਿਣੀ ਚਾਹੀਦੀ ਹੈ ਕਿ ਢੇਰ ਸਮਿਆਂ ਤੋਂ ਅਮਰੀਕਾ ਦੀਆਂ ਸੈਨੇਟਾਂ ਅਤੇ ਪ੍ਰਧਾਨ ਵਿਸ਼ਵ ਉੱਤੇ ਗਲਬਾ ਪਾਈ ਜਾਂਦੇ ਚਾਨਣ ਬਰਦਾਰਾਂ ਦੀ ਜਕੜ ਵਿੱਚ ਰਹਿ ਕੇ ਉਹਨਾਂ ਦੇ ਇਸ਼ਾਰਿਆਂ ਉੱਤੇ ਨੱਚ ਰਹੇ ਹਨ। ਚਾਨਣ ਬਰਦਾਰਾਂ ਜਾਂ ਇਲੂਮੀਨਾਟੀ ਵੱਡੇ ਵੱਡੇ ਬੈਂਕਾਂ ਦੇ ਮਾਲਕ ਹਨ ਜੋ ਤਮਾਮ ਯੂਰਪ ਅਤੇ ਅਮਰੀਕਾ ਦੇ ਅਰਥਚਾਰੇ ਨੂੰ ਉਂਗਲਾਂ ਤੇ ਨਚਾ ਕੇ ਕੁੱਲ ਦੁਨੀਆ ਉੱਤੇ ਛਾ ਜਾਣ ਦੇ ਯਤਨ ਕਰ ਰਹੇ ਹਨ। ਉਹ ਅਮਰੀਕਾ ਸਮੇਤ ਕਿਸੇ ਦੇ ਸਕੇ ਨਹੀਂ ਹਨ। ਕੁੱਲ ਦੁਨੀਆ ਵਿੱਚ ਬਲਦੇ ਭਾਂਬੜਾਂ ਪਿੱਛੇ ਉਹਨਾਂ ਦਾ ਹੱਥ ਹੈ। ਗਿਣਤੀ ਦੇ ਹੀ ਕੁਝ ਘਰਾਣੇ ਹਨ ਜਿਨ੍ਹਾਂ ਦਾ ਮੋਢੀ ਹੈ ਰੌਥਚਾਈਲਡ। ਇਹਨਾਂ ਦਾ ਪਿਛੋਕੜ ਹੈ ਅਕਸ਼ਨਾਜ਼ੀ ਯਹੂਦੀ, ਜੋ ਅੱਜ ਕੱਲ੍ਹ ਦੇ ਜਾਰਜੀਆ ਦੇਸ਼ ਤੋਂ ਸ਼ੁਰੂ ਹੋਏ। 1400 ਸਾਲ ਪਹਿਲਾਂ ਚਾਨਣ ਬਰਦਾਰਾਂ ਨੂੰ ਸਮਝੇ ਬਿਨਾਂ ਅੱਜ ਦੀ ਪਾਚੀਦਾ ਵਿਸ਼ਵ ਕਹਾਣੀ ਦੀ ਸਮਝ ਨਹੀਂ ਆ ਸਕਦੀ। ਜੇ ਇੰਟਰਨੈਟ ਨਾ ਹੁੰਦਾ ਤਾਂ ਇਹਨਾਂ ਖੁਫੀਆ ਤਾਕਤਾਂ ਦਾ ਕਦੇ ਵੀ ਪਤਾ ਨਾ ਲੱਗਦਾ। ਇਸ ਵੇਲੇ ਇਜ਼ਰਾਈਲ ਉੱਤੇ ਉਹਨਾਂ ਦਾ ਮੁਕੰਮਲ ਕਬਜ਼ਾ ਅਤੇ ਉਹੀ ਗੜ੍ਹ ਹੈ। ਸ਼ਤਰੰਜੀ ਚਾਲਾਂ ਦੇ ਨਾਲ ਇੱਕ ਦੁਨੀਆ ਦੇ ਟੀਚੇ ਵੱਲ ਧੱਕੇ ਲਾਉਂਦਿਆਂ ਅਤੇ ਇਜ਼ਰਾਈਲ ਦੀ ਚੜ੍ਹਤ ਬਣਾਈ ਰੱਖਣ ਲਈ ਇਰਾਕ ਦੀ ਤਬਾਹੀ ਨਿਸ਼ਚਿਤ ਸੀ, ਜੋ ਆਰੰਭ ਕਰ ਦਿੱਤੀ ਗਈ 2003 ਵਿੱਚ। ਇਸ ਤੋਂ ਪਹਿਲਾਂ ਅਫਗਾਨਿਸਤਾਨ ਅੰਦਰ 2001 ਵਿੱਚ ਪੇਸ਼ ਕਦਮੀ ਕੀਤੀ ਗਈ। ਅਮਰੀਕਾ ਦੀ ਜੰਗੀ ਮਸ਼ੀਨ ਦੇ ਬੇਅੰਤ ਖਰਚਿਆਂ ਨੇ ਅਮਰੀਕਨਾਂ ਦੀਆਂ ਜੇਬਾਂ ਨੂੰ ਕੁਤਰਨਾ ਅਤੇ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਫੂਕਣਾ ਸ਼ੁਰੂ ਕਰ ਦਿੱਤਾ। ਆਪਣੇ ਖਰਚੇ ਘਟਾਉਣ ਅਤੇ ਜ਼ਖਮੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਰੱਖਣ ਲਈ ਉਹਨਾਂ ਨੇ ਇੱਕ ਨਵੀਂ ਕਿਸਮ ਦੀ ਫੌਜ ਬਣਾਈ, ਜਿਸ ਨੂੰ ਕਹਿੰਦੇ ਹਨ ਕੰਟਰੈਕਟਰ, ਭਾਵ ਠੇਕੇ ਉੱਤੇ। ਜਿੰਨੇ ਅਮਰੀਕਨ ਫੌਜੀ ਨੇ 1.5 ਲੱਖ, ਓਨੇ ਹੀ ਠੇਕੇ ਉੱਤੇ ਹਨ।
ਇਹ ਲੋਕ ਅਮਰੀਕਾ ਦੇ ਵਾਸੀ ਨਹੀਂ, ਸਗੋਂ ਦੁਨੀਆ ਦੇ ਕੁੱਲ ਗਰੀਬ ਦੇਸ਼ਾਂ ਤੋਂ ਭਰਤੀ ਕੀਤੇ ਹੋਏ ਹਨ। ਇਹਨਾਂ ਨੂੰ ਤਨਖਾਹਾਂ ਘੱਟ ਪਰ ਡਿਊਟੀਆਂ ਵਧੇਰੇ ਖਤਰਨਾਕ ਦਿੱਤੀਆਂ ਹੋਈਆਂ ਹਨ ਅਤੇ ਅਮਰੀਕਨ ਕਮਾਨ ਹੇਠ ਕੰਮ ਕਰਦੇ ਹਨ। ਭਾਰਤ ਇੱਕ ਸਮੇਂ ਗੁੱਟ ਨਿਰਲੇਪ ਦੇਸ਼ਾਂ ਦਾ ਮੋਢੀ ਹੋਇਆ ਕਰਦਾ ਸੀ ਅਤੇ ਅਮਰੀਕਾ ਤੇ ਸੋਵੀਅਤ ਸੰਘ ਵਿਚਕਾਰ ਰੱਖਦਾ ਸੀ। ਸਾਡੀ ਪਹਿਲੀ ਸ਼ਾਖ ਨਹੀਂ ਰਹਿਣ ਦਿੱਤੀ। ਚਿਰਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਕਿਵੇਂ ਮੋਢੇ ਨਾਲ ਮੋਢਾ ਨਹੀਂ ਤਾਂ ਘੱਟੋ ਘੱਟ ਕਦਮ ਨਾਲ ਕਦਮ ਮਿਲਾ ਕੇ ਭਾਰਤ ਅਮਰੀਕਾ ਅਤੇ ਨਾਟੋ ਦੇਸ਼ਾਂ ਦੇ ਨਾਲ ਅਫਗਾਨਿਸਤਾਨ ਅੰਦਰ ਸ਼ਹਿਰੀ ਅਤੇ ਉਸਾਰੀ ਦੇ ਕੰਮ ਕਰ ਰਿਹਾ ਹੈ। ਅਫਗਾਨਿਸਤਾਨ ਤੋਂ ਪਰਤਦੇ ਭਾਰਤੀ ਕਾਮੇ ਅਕਸਰ ਮੇਰੇ ਹਸਪਤਾਲ ਆਏ ਹਨ ਅਤੇ ਆਪਣੇ ਤਜਰਬੇ ਦੱਸਦੇ ਹਨ। ਇਰਾਕ ਅੰਦਰ ਭਾਰਤੀਆਂ ਦੀ ਅਮਰੀਕਾ ਦੀ ਫੌਜ ਨੂੰ ਬੇਅੰਤ ਸਹਾਇਤਾ ਬਾਰੇ ਹੌਲੀ-ਹੌਲੀ ਪਤਾ ਲੱਗ ਰਿਹਾ ਹੈ। ਆਪਣੇ ਰੁੱਝੇ ਹਸਪਤਾਲ ਵਿੱਚ ਮੈਂ ਇੱਕ ਕਸ਼ਮੀਰੀ ਜਾਣ ਪਛਾਣ ਵਾਲੇ ਇੰਜੀਨੀਅਰ ਨੂੰ ਪੁੱਛਿਆ, ਤੈਨੂੰ ਪਤਾ ਏ ਕਿ ਜੌੜੇ ਟਾਵਰ 2001 ਵਿੱਚ ਕਿਵੇਂ ਡਿੱਗੇ ਸਨ? ਉਸਨੇ ਕਿਹਾ, ਨਹੀਂ। ਕੋਲ ਬੈਠੇ ਇੱਕ ਹੱਟੇ-ਕੱਟੇ ਪੇਂਡੂ ਜਾਪਦੇ ਵਧੀਆ ਕੱਪੜਿਆਂ ਵਿੱਚ 30-35 ਸਾਲ ਦੇ ਸਰਦਾਰ ਨੇ ਕਿਹਾ, ਮੈਨੂੰ ਪਤਾ ਏ ਇਹ ਕਿਵੇਂ ਹੋਇਆ ਹੈ। ਇਹ ਟਾਵਰ ਮੁਸਲਮਾਨਾਂ ਨੇ ਢਾਏ ਹਨ। ਮੈਂ ਉਸ ਨੂੰ ਪੁੱਛਿਆ, ਤੂੰ ਇਹ ਗੱਲ ਦਾਅਵੇ ਨਾਲ ਕਿਵੇਂ ਕਹਿ ਸਕਦਾ? ਉਸਨੇ ਜਵਾਬ ਦਿੱਤਾ ਕਿ ਮੈਂ ਅਮਰੀਕੀ ਫੌਜ ਅੰਦਰ ਹਾਂ ਤੇ ਸਭ ਜਾਣਦਾ। ਉਸ ਜਵਾਨ ਨੂੰ ਮੈਂ ਰੁਕਣ ਦੀ ਬੇਨਤੀ ਕੀਤੀ ਤਾਂ ਜੋ ਖੁੱਲ੍ਹ ਕੇ ਗੱਲਬਾਤ ਕੀਤੀ ਜਾ ਸਕੇ। ਜੋ ਗੱਲਾਂ ਉਸਨੇ ਦੱਸੀਆਂ, ਮੈਨੂੰ ਭਿਣਕ ਤਾਂ ਪਹਿਲਾਂ ਹੀ ਸੀ ਪਰ ਜ਼ੋਰਦਾਰ ਪ੍ਰੋੜਤਾ ਹੋ ਗਈ। ਗੁਲਾਬ ਸਿੰਘ ਬਦਲਿਆ ਨਾਂ ਦੀ ਪਤਨੀ ਵੀ ਕੋਲ ਹੀ ਬੈਠੀ ਸੀ। ਉਸਨੇ ਮੈਨੂੰ ਅਮਰੀਕੀ ਫੌਜੀ ਹੋਣ ਦਾ ID ਕਾਰਡ ਵਿਖਾਇਆ। ਲਾਲ ਰੰਗ ਦੇ ਕਾਰਡ ਵਿੱਚ ਉਸ ਦੀ ਨੰਗੇ ਸਿਰ ਵਾਲੀ ਤਸਵੀਰ ਸੀ। ਬਾਰ ਕੋਡ ਉੱਤੇ ਉਂਗਲਾਂ ਫੇਰ ਕੇ ਉਸਨੇ ਕਿਹਾ, ਮੇਰੀ ਕੁੱਲ ਹਿਸਟਰੀ ਇਹਨਾਂ ਲਕੀਰਾਂ ਅੰਦਰ ਹੈ। ਇੱਕ ਡੱਬੀ ਵਿੱਚ ਪਾ ਕੇ ਕੰਪਿਊਟਰ ਉੱਤੇ ਸਭ ਕੁਝ ਪੜ੍ਹ ਲੈਂਦੇ ਨੇ। ਗੁਲਾਬ ਸਿੰਘ ਮੈਨੂੰ ਕੇਵਲ ਫੌਜੀ ਟਰਾਂਸਪੋਰਟਰ ਬਾਰੇ ਹੀ ਦੱਸ ਸਕਦਾ ਸੀ ਜਿਸ ਵਿਭਾਗ ਦੇ ਅੰਦਰ ਉਹ ਸੀ। ਉਸ ਦਾ ਮੁੱਖ ਅੱਡਾ ਕੁਵੈਤ ਹੈ, ਜਿੱਥੇ ਅਮਰੀਕੀ ਨੇਵੀ ਆਪਣਾ ਸਮਾਨ ਲੈ ਕੇ ਪਹਿਲਾਂ ਆਉਂਦੀ ਹੈ ਅਤੇ ਅੱਗੋਂ ਟਰਾਲਿਆਂ ਉੱਤੇ ਇਰਾਕ ਅੰਦਰ ਭੇਜਦੀ ਹੈ। ਟਰਾਲਾ ਚਲਾਉਣ ਲਈ ਗੁਲਾਬ ਸਿੰਘ ਨੂੰ ਕਿਸੇ ਗੋਰੀ ਫਰਮ ਨੇ ਕਿਸੇ ਦੇਸੀ ਏਜੰਟ ਰਾਹੀਂ ਦਿੱਲੀ ਦੇ ਅੰਦਰ ਭਰਤੀ ਕਰਾਇਆ। ਤਨਖਾਹ ਮੁਕਰਰ ਹੋਈ 32,000 ਰੁਪਏ ਮਹੀਨਾ। ਉਸ ਦੇ ਕਹਿਣ ਮੁਤਾਬਕ ਅਮਰੀਕੀ ਫੌਜੀ ਟਰਾਂਸਪੋਰਟਰ ਵਿੱਚ ਕੁੱਲ ਪੰਜਾਬੀ ਛਾਏ ਹੋਏ ਹਨ। ਉਸ ਦਾ ਅੰਦਾਜ਼ਾ ਸੀ ਕਿ ਪੰਜਾਬੀ ਡਰਾਈਵਰਾਂ ਦੀ ਗਿਣਤੀ 5,000 ਤੋਂ ਉੱਪਰ ਸੀ। ਮੈਂ ਉਸ ਨੂੰ ਗਿਣਤੀ ਘਟਾਉਣ ਲਈ ਬੜਾ ਜ਼ੋਰ ਲਾਇਆ ਪਰ ਉਸਨੇ ਕਿਹਾ ਕਿ ਵੱਧ ਹੋ ਸਕਦੇ ਹਨ, ਘੱਟ ਨਹੀਂ। ਮੈਂ ਪੁੱਛਿਆ ਕਿ ਸਾਡੀ ਸਰਕਾਰ ਨੂੰ ਪਤਾ ਹੈ ਕਿ ਤੁਸੀਂ ਅਮਰੀਕੀ ਫੌਜ ਅੰਦਰ ਕੰਮ ਕਰਦੇ ਹੋ? ਉਸਨੇ ਜਵਾਬ ਦਿੱਤਾ ਕਿ ਕੁਵੈਤ ਸਥਿਤ ਅੰਬੈਸੀ ਸਭ ਕੁਝ ਜਾਣਦੀ ਹੈ। ਮੈਨੂੰ ਇਸ ਗੱਲ ਉੱਤੇ ਪੂਰੀ ਤਰ੍ਹਾਂ ਯਕੀਨ ਨਹੀਂ ਆਉਂਦਾ ਪਰ ਅੰਤਰਰਾਸ਼ਟਰੀ ਸਿਆਸਤ, ਮਜਬੂਰਨ ਸਾਂਝਾਂ ਅਤੇ ਅਤਿਅੰਤ ਵਿੱਤੀ ਦਬਾਅ ਅਤੇ ਧੌਂਸ ਹੇਠ ਤੀਸਰੇ ਦੇਸ਼ਾਂ ਕੋਲੋਂ ਕੁਝ ਵੀ ਕਰਵਾ ਲਿਆ ਜਾਂਦਾ ਹੈ। ਸਾਡੇ ਅੰਦਰ ਇੰਨੀ ਸੇਧ ਸ਼ਕਤੀ ਅਤੇ ਸਵੈ ਵਿਸ਼ਵਾਸ ਨਹੀਂ ਕਿ ਅਸੀਂ ਕਿਸੇ ਨਹਿਰੂ ਜਾਂ ਗਾਂਧੀ ਦੇ ਪੁਰਾਣੇ ਅਸੂਲ ਲੈ ਕੇ ਆਕੜ ਜਾਈਏ। ਕੁਵੈਤ ਅੰਦਰ ਉਸ ਨੂੰ ਫੌਜੀ ਕੁਆਟਰ ਮਿਲਿਆ ਹੋਇਆ ਹੈ। ਉਸ ਦੇ ਟਰਾਲੇ ਉੱਤੇ ਟੈਂਕ, ਤੋਪਾਂ, ਬਖਤਰਬੰਦ ਗੱਡੀਆਂ ਜਾਂ ਕੰਟੇਨਰ, ਪਤਾ ਨਹੀਂ ਉਹਨਾਂ ਅੰਦਰ ਕੀ ਹੁੰਦਾ ਹੈ, ਲੱਦਿਆ ਜਾਂਦਾ ਹੈ। 50 ਤੋਂ 150 ਟਰਾਲਿਆਂ ਦਾ ਕਾਫਲਾ ਕੇਵਲ ਰਾਤ ਵੇਲੇ ਹੀ ਚੱਲਦਾ ਹੈ। ਕੁੱਲ ਸਫ਼ਰ 1400 ਕਿਲੋਮੀਟਰ ਦਾ ਹੁੰਦਾ ਹੈ। ਹਰ ਇੱਕ ਡਰਾਈਵਰ ਨੇ ਗੋਲੀ ਰੋਕੂ ਜੈਕਟ ਅਤੇ ਹੈਲਮਟ ਪਾਈ ਹੁੰਦੀ ਹੈ। ਕਿਸੇ ਵੀ ਸਮੇਂ ਬਾਹਰ ਉਤਰਨ ਦੀ ਇਜਾਜ਼ਤ ਨਹੀਂ। ਰੁਕਣ ਸਮੇਂ ਖਾਣਾ, ਸੌਣਾ ਅੰਦਰ ਹੀ ਹੁੰਦਾ ਹੈ। ਉੱਪਰ 4 ਹੈਲੀਕਾਪਟਰ ਰਹਿੰਦੇ ਹਨ। ਕੁੱਲ ਸਫ਼ਰ ਹਨੇਰੇ ਵਿੱਚ ਹੁੰਦਾ ਹੈ। ਜਿੱਥੇ ਲਾਲ ਬੱਤੀ ਨਾਲ ਰੁਕਾਵਟ ਹੋਵੇ, ਜਦੋਂ ਤੱਕ ਸੜਕ ਅੱਗੋਂ ਸਾਫ਼ ਨਾ ਹੋ ਜਾਵੇ, ਉੱਥੇ ਹੀ ਰਹਿਣਾ ਪੈਂਦਾ। ਜੇ ਟਰਾਲੇ ਦਾ ਟਾਇਰ ਪੰਕਚਰ ਜਾਂ ਮਸ਼ੀਨ ਵਿੱਚ ਨੁਕਸ ਪੈ ਜਾਵੇ ਤਾਂ ਕੇਵਲ ਐਮਰਜੈਂਸੀ ਲਾਈਟ ਕਰਕੇ ਅੰਦਰ ਹੀ ਰਹਿਣਾ ਹੁੰਦਾ ਹੈ। ਰਿਪੇਅਰ ਵਾਲੇ ਬਾਹਰੋਂ ਹੀ ਸਭ ਕੁਝ ਕਰ ਜਾਂਦੇ ਹਨ। ਸਫ਼ਰ ਦੌਰਾਨ ਪਾਸਿਆਂ ਤੋਂ ਇਰਾਕੀ ਗੋਲੀਆਂ ਵੀ ਚੱਲਦੀਆਂ ਰਹਿੰਦੀਆਂ ਹਨ। 2.25 ਸਾਲ ਦੇ ਅੰਦਰ 40 ਤੋਂ ਵੱਧ ਫੇਰਿਆਂ ਵਿੱਚ ਕਰੀਬ 15 ਡਰਾਈਵਰ ਮਾਰੇ ਗਏ ਹਨ। ਅਮਰੀਕੀ ਬਹੁਤ ਚੰਗੇ ਨੇ ਜੀ, ਜੋ ਜ਼ਖਮੀ ਹੋ ਜਾਂਦੇ ਉਹਨਾਂ ਦੀ ਬਹੁਤ ਮਦਦ ਕਰਦੇ ਨੇ। ਇਰਾਕੀ ਸ਼ਰਾਰਤ ਤੋਂ ਬਾਜ਼ ਨਹੀਂ ਆਉਂਦੇ,
90% ਕੰਟਰੋਲ ਹੋ ਗਏ ਨੇ। ਮੈਂ ਪੁੱਛਿਆ, ਬਾਈ ਜੇ ਕੱਲ ਨੂੰ ਅਮਰੀਕੀ ਟਰਾਲੇ ਪੰਜਾਬ ਅੰਦਰ ਚੱਲ ਰਹੇ ਹੋਣ, ਹੁਣ ਤਾਂ ਸੜਕਾਂ ਟਰਾਲਿਆਂ ਯੋਗ ਬਣਦੀਆਂ ਜਾ ਰਹੀਆਂ ਨੇ, ਅਤੇ ਉਹਨਾਂ ਨੂੰ ਚਲਾਉਣ ਲਈ ਇਰਾਕੀ ਅਮਰੀਕੀ ਫੌਜੀ ਹੋਣ, ਫੇਰ ਕੀ ਹੋਊ? ਫੇਰ ਕੀ ਹੋਣਾ ਤੁਸੀਂ ਆਪੇ ਜਾਣਦੇ ਹੋ। ਉਸ ਕਿਹਾ, ਮੈਨੂੰ ਪਤਾ ਇੱਥੇ ਕੁਝ ਨਹੀਂ ਹੋਣਾ। ਸਦਾਮ ਹੁਸੈਨ ਦੇ ਇਰਾਕੀਆਂ ਨੇ ਪਤਾ ਨਹੀਂ ਕੀ ਗੁੜਤੀ ਲਈ ਹੈ। 7 ਸਾਲਾਂ ਤੋਂ ਨਹਾਇਤ ਮਾਰੂ ਅਤੇ ਆਧੁਨਿਕ ਅਮਰੀਕੀ ਮਸ਼ੀਨਰੀ ਨਾਲ AK-47 ਅਤੇ ਨਿੱਕੇ ਰਾਕਟਾਂ ਦੇ ਨਾਲ ਟੱਕਰ ਲਈ ਜਾ ਰਿਹਾ। ਇਰਾਕੀ ਫੌਜ ਤਾਂ ਅਮਰੀਕੀ ਹਮਲੇ ਦੇ ਕੁਝ ਹੀ ਦਿਨਾਂ ਅੰਦਰ ਖੁਰ ਗਈ ਸੀ। ਇਰਾਕੀ ਸ਼ਹਿਰੀਆਂ ਸਾਬਕਾ ਫੌਜੀਆਂ ਦਾ ਸਾਲੋ ਸਾਲ ਟਾਕਰਾ ਕਰੀ ਜਾਣਾ ਇੱਕ ਬੜਾ ਗੌਰਵਮਈ ਇਤਿਹਾਸ ਬਣਾ ਰਿਹਾ ਹੈ। ਸਵਾਲ ਇਹ ਹੈ ਕਿ ਇਤਿਹਾਸ ਇਰਾਕੀਆਂ ਵੱਲੋਂ ਪੜ੍ਹਿਆ ਜਾਂਦਾ ਹੈ ਜਾਂ ਉਹਨਾਂ ਦੇ ਉਲਟੇ ਪਾਸਿਓਂ। ਗੁਲਾਬ ਸਿੰਘ ਮੁਤਾਬਕ ਅਮਰੀਕੀ ਫੌਜੀਆਂ ਦਾ ਮਨੋਬਲ ਬਹੁਤ ਨੀਵਾਂ ਹੈ। ਉਹ ਹੈਣ ਵੀ ਬਹੁਤ ਕਮਜ਼ਲੇ, ਬਹੁਤ ਜਲਦੀ ਸਹਿਮ ਜਾਂਦੇ ਹਨ। ਇਸ ਤੋਂ ਵੱਧ ਉਸ ਦੀ ਜਾਣਕਾਰੀ ਨਹੀਂ। ਅਮਰੀਕਨ ਫੌਜੀ 18-20 ਸਾਲ ਦੀ ਉਮਰ ਤੋਂ ਵੱਡੀ ਉਮਰ ਤੱਕ ਦੇ ਹਨ। ਗੋਰੇ ਫੌਜੀ ਜਾਂ ਫੌਜਣਾ ਕਦੇ ਕਦਾਈ ਉਸ ਕੋਲੋਂ ਚਾਹ ਬਣਵਾ ਕੇ ਮਜ਼ਾ ਲੈਂਦੇ ਹਨ। ਉਹਨਾਂ ਫੌਜੀਆਂ ਵਿੱਚ ਉਸ ਨੂੰ ਪੰਜਾਬੀ ਅਮਰੀਕੀ ਲੜਕੇ ਲੜਕੀਆਂ ਵੀ ਨਜ਼ਰ ਆਏ ਨੇ, ਜਦ ਕਿ ਗੋਰੇ ਫੌਜੀ ਡਰਾਈਵਰਾਂ ਦੇ ਨੇੜੇ ਆ ਜਾਂਦੇ ਨੇ, ਗੱਲਬਾਤ ਵੀ ਕਰ ਲੈਂਦੇ ਨੇ। ਪੰਜਾਬੀ ਫੌਜੀ ਬਿਲਕੁਲ ਪਰਹੇਜ਼ ਕਰਦੇ ਨੇ ਨੇੜੇ ਆਉਣ ਤੋਂ। ਗੁਲਾਬ ਸਿੰਘ ਨੇ ਠੋਸ ਜਾਣਕਾਰੀ ਦਿੱਤੀ ਕਿ ਕਿਹੜੇ-ਕਿਹੜੇ ਫੌਜੀ ਅੱਡਿਆਂ ਵਿੱਚ ਉਹ ਮਾਲ ਲੈ ਕੇ ਗਿਆ ਸੀ। ਉਹ ਹਨ ਐਨਾਕੋਂਡਾ, ਲੈਪ, ਤਾਜੀ, ਇਕਾਂਡਮ, ਕਿਊ ਵੈਸਟ, ਨਾਸਰੀਆ, ਤਲੀਲ, ਕਲਸੂ ਜਾਰਾ ਅਤੇ ਅਬੂ ਗਰੀਬ। ਪਹਿਲੇ ਅਤੇ ਆਖਰੀ ਅੱਡਿਆਂ ਦੇ ਨਾਮ ਮੈਂ ਪਹਿਲਾਂ ਸੁਣੇ ਹੋਏ ਸਨ। ਮੈਂ ਕਿਹਾ, ਐਨਾਕੋਂਡਾ ਅੰਦਰ ਲੱਗੀ ਅੱਗ ਅਤੇ ਬੇਅੰਤ ਭੜਾਕੇ ਕੁਝ ਸਾਲ ਪਹਿਲਾਂ ਮੈਂ ਇੰਟਰਨੈਟ ਉੱਤੇ ਵੇਖੇ ਸਨ। ਉਸਨੇ ਕਿਹਾ ਕਿ ਅੱਡਿਆਂ ਉੱਤੇ ਅਕਸਰ ਹਮਲੇ ਹੁੰਦੇ ਰਹਿੰਦੇ ਹਨ। ਉਸਨੇ ਅੱਗੇ ਦੱਸਿਆ ਕਿ ਅਮਰੀਕਨ ਗੋਲੀ ਸਿੱਕੇ ਨੂੰ ਛੂਹਣ ਦੀ ਸਖਤ ਮਨਾਹੀ ਹੈ। ਉਸ ਤੋਂ ਕੋਈ ਅਜਿਹੀ ਚੀਜ਼ ਸਰੀਰ ਨੂੰ ਲੱਗ ਜਾਂਦੀ ਹੈ ਜੋ ਖਤਰਨਾਕ ਹੈ। ਉਹਨਾਂ ਦੇ ਜ਼ਖਮੀ ਟੈਂਕ ਜਾਂ ਬਖਤਬੰਦ ਗੱਡੀਆਂ ਟਰਾਲਿਆਂ ਉੱਤੇ ਚਾੜ੍ਹਨ ਵੇਲੇ ਖਾਸ ਤਰ੍ਹਾਂ ਦੇ ਗਾਊਨ, ਅਰਕਾਂ ਤੱਕ ਜਾਂਦੇ ਦਸਤਾਨੇ, ਮੂੰਹ ਉੱਤੇ ਵੱਡਾ ਗੋਲ ਮਾਸਕ ਅਤੇ ਅੱਖਾਂ ਉੱਤੇ ਖਾਸ ਐਨਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਖਤਰਨਾਕ ਜ਼ਹਿਰੀਲਾ ਮਾਦਾ ਸਰੀਰ ਅੰਦਰ ਪ੍ਰਵੇਸ਼ ਨਾ ਕਰ ਜਾਵੇ। ਜ਼ਹਿਰੀਲੇ ਮਾਦੇ ਦਾ ਨਾਂ ਕੀ ਹੈ ਬਈ? ਇਸ ਨੂੰ ਡੀਜੂ ਕਰਕੇ ਕਹਿੰਦੇ ਹਨ। ਡੀਜੂ ਦਾ ਅਰਥ ਹੈ ਡਿਪਲੀਟਿਡ ਯੂਰੇਨੀਅਮ। ਇਹ ਇੱਕ ਤਰ੍ਹਾਂ ਦਾ ਨਿਊਕਲੀਆਈ ਪਰਮਾਣੂ ਲੁਕਾਈ ਮਾਰ ਹਥਿਆਰ ਹੈ ਜਿਸ ਦੀ ਵਰਤੋਂ ਉੱਪਰ ਅੰਤਰਰਾਸ਼ਟਰੀ ਪਾਬੰਦੀ ਹੈ। ਇਰਾਕ ਅਤੇ ਅਫਗਾਨਿਸਤਾਨ ਅੰਦਰ ਇਸ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ। ਇਸ ਦਾ ਇੱਕ ਵੀ ਕਣ ਕੈਂਸਰ ਅਤੇ ਬੇਅੰਤ ਹੋਰ ਰੋਗਾਂ ਦਾ ਕਾਰਨ ਬਣ ਕੇ ਜਾਨਲੇਵਾ ਹੋ ਸਕਦਾ ਹੈ। ਡੀਜੂ ਨੇ ਅਮਰੀਕੀ ਫੌਜਾਂ ਦਾ ਚੋਖਾ ਘਾਣ ਕੀਤਾ ਹੈ। ਜਿਨ੍ਹਾਂ ਇਰਾਕੀਆਂ ਉੱਤੇ ਡੀਜੂ ਦਾ ਗੋਲੀ ਸਿੱਕਾ ਵਰਤਿਆ ਜਾਂਦਾ ਹੈ, ਉਹਨਾਂ ਦੀ ਤਾਂ ਪੁੱਛੋ ਹੀ ਕੁਝ ਨਾ। ਇਸ ਸਮੇਂ ਚਾਨਣ ਬਰਦਾਰਾਂ ਭਾਵ ਇਲੂਮੀਨਾਟੀ ਦੀ ਚੜ੍ਹਤ ਹੈ। ਉਹ ਦੇਸ਼ਾਂ ਨੂੰ, ਲੋਕਾਂ ਨੂੰ, ਭਰਾਵਾਂ ਅਤੇ ਗਵਾਂਢੀਆਂ ਨੂੰ ਆਪੋ ਵਿੱਚ ਲੜਾਉਂਦੇ ਹਨ। ਦੇਸ਼ਾਂ ਅੰਦਰ ਉਥਲ-ਪੁਥਲ ਕਰਦੇ ਹਨ। ਉਹਨਾਂ ਦਾ ਸਭ ਤੋਂ ਵੱਧ ਹੱਥ ਠੋਕਾ ਇਸ ਸਮੇਂ ਅਮਰੀਕਾ ਹੈ, ਜਿਸ ਦੀ ਬੇਅੰਤ ਸ਼ਕਤੀ ਦੂਜੇ ਦੇਸ਼ਾਂ ਨੂੰ ਤਬਾਹ ਅਤੇ ਕਬਜ਼ੇ ਕਰਨ ਲਈ ਵਰਤੀ ਜਾ ਰਹੀ ਹੈ। ਦੁਨੀਆ ਦੇ ਜਾਣੇ ਪਛਾਣੇ ਫੌਜੀ ਗੁੱਟ ਚਾਨਣ ਬਰਦਾਰਾਂ ਦੀਆਂ ਉਂਗਲਾਂ ਉੱਤੇ ਨੱਚਦੇ ਹਨ। ਕਹਿੰਦੀ ਕਹਾਉਂਦੀ ਮਹਾਸ਼ਕਤੀ ਅਮਰੀਕਾ ਨੂੰ ਕੁਵਰਤ ਕੇ ਉਸ ਦੀਆਂ ਵਿੱਤੀ, ਸਮਾਜੀ ਅਤੇ ਸਿਆਸੀ ਜੜ੍ਹਾਂ ਤਬਾਹ ਕੀਤੀਆਂ ਜਾ ਚੁੱਕੀਆਂ ਹਨ। ਭਾਰਤ ਮਹਾਨ ਦੀ ਆਪਾ ਪਛਾਣ ਭਾਰਤੀਆਂ ਦੇ ਮਨਾਂ ਅੰਦਰ ਬਹੁਤ ਅਸਪਸ਼ਟ ਅਤੇ ਧੁੰਦਲੀ ਹੈ। ਇੱਕ ਸਾਫ਼ ਸਮਝ ਆਉਂਦੀ ਹੈ, ਉਤਸ਼ਾਹਜਨਕ ਸੇਧ ਅਤੇ ਦ੍ਰਿਸ਼ਟੀ ਦੀ ਬੇਅੰਤ ਲੋੜ ਹੈ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ, ਭਾਗ 5ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।